USA ਸੁਣ ਰਹੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਲੈ ਕੇ ਹਾਜ਼ਰ ਹਾਂ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 27 ਤਰੀਕ ਆ ਤੇ ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕਿਆਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਪਰਮਜੀਤ ਸਿੰਘ ਦਾਖਾ ਬਰਕਲੇ, ਗੁਰਸਾਹਿਬ ਸਿੰਘ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਿਲ ਕਲੋਵਿਸ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜੋ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਪ੍ਰੋਮਿਸ ਕੀਤਾ ਸੀ ਵੀ ਅਸੀਂ ਬਹੁਤ ਵੱਡੀ ਡੀਲ ਜਿਹੜੀ ਆ ਉਹ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਦੇ ਨਾਲ ਬਣਾਉਣ ਜਾ ਰਹੇ ਆ, ਉਹਦੇ ਸੰਬੰਧ ਦੇ ਵਿੱਚ ਜਿਹੜੇ US ਦੇ ਆਫੀਸ਼ੀਅਲਸ ਆ ਉਹ ਕਹਿੰਦੇ ਆ ਵੀ ਉਹ ਉਦਾਂ ਦੀ ਕੋਈ ਚੀਜ਼ ਹੈ ਨਹੀਂ ਹੈ। ਟਰੰਪ ਉਹਨਾਂ ਵੱਲੋਂ ਇਹ ਕੀਤਾ ਗਿਆ ਸੀ ਵੀ $1 ਟ੍ਰਿਲੀਅਨ ਡੀਲ ਸਾਡੀ ਹੋਊਗੀ ਯੂਕਰੇਨ ਦੇ ਪ੍ਰੈਜ਼ੀਡੈਂਟ ਦੇ ਨਾਲ, ਖਾਸ ਕਰਕੇ ਉੱਥੇ ਦੇ ਜਿਹੜੇ ਰੇਅਰ ਅਰਥ ਮਿਨਰਲਸ ਹੈਗੇ ਆ। ਪਰ ਹੁਣ US ਜਿਓਲੋਜੀਕਲ ਸਰਵੇ ਇਹ ਕਹਿ ਰਿਹਾ ਵੀ ਉੱਥੇ ਤਾਂ ਇਦਾਂ ਦਾ ਕੁਝ ਹੈ ਹੀ ਨਹੀਂ ਹੈ। ਜੇ ਹੋਏ ਵੀ ਤਾਂ ਵੱਧ ਤੋਂ ਵੱਧ ਕਹਿੰਦੇ 1 ਟਨ ਹੋਊਗੇ, ਕੋਈ ਖਾਸ ਨਹੀਂ ਹੈ। ਸੋ ਟਰੰਪ ਉਹਨਾਂ ਨੇ ਇਹ ਕਿਹਾ ਸੀ ਵੀ ਵਿਲ ਡਿਗਿੰਗ, ਵੀ ਅਸੀਂ ਤਾਂ ਜੀ ਉੱਥੋਂ ਪੱਟ ਕੇ ਲਿਆਣਾ ਸਾਰਾ ਕੁਝ, $ਟ੍ਰਿਲੀਅਨਸ ਦੇ ਜਿਹੜੇ ਮਿਨਰਲਸ ਆ, ਹੋਰ ਰੇਅਰ ਅਰਥ ਜਿਹੜੇ ਐਲੀਮੈਂਟਸ ਆ ਉਹ ਯੂਜ਼ ਕਰਾਂਗੇ। ਪਰ ਅੱਜ US ਜਿਓਲੋਜੀਕਲ ਸਰਵੇ ਨੇ ਇਹ ਕਿਹਾ ਵੀ ਯੂਕਰੇਨ ਹੈਜ਼ 0 ਪ੍ਰੂਵਨ ਰਿਜ਼ਰਵ ਆਫ ਰੇਅਰ ਅਰਥ ਮਿਨਰਲਸ ਔਰ ਪ੍ਰੋਸੈਸਿੰਗ ਫੈਸਿਲਿਟੀ। ਕਹਿੰਦੇ ਪ੍ਰੋਸੈਸਿੰਗ ਫੈਸਿਲਿਟੀ ਵੀ ਹੈ ਨਹੀਂ ਯੂਕਰੇਨ ਦੇ ਕੋਲ। ਕੁਛ ਹੈਗੇ ਆ ਗ੍ਰੇਫਾਈਟ, ਲੀਥੀਅਮ ਤੇ ਟਾਈਟੇਨੀਅਮ, ਪਰ ਉਹ ਕਹਿੰਦੇ ਆ ਵੀ ਬਹੁਤ ਘੱਟ ਗਿਣਤੀ ਦੇ ਵਿੱਚ ਹੈਗੇ ਆ। ਸੋ ਇਹ ਵੀ ਇੱਕ ਤਰ੍ਹਾਂ ਦੇ ਨਾਲ ਜਿਹੜਾ ਲਿਫਾਫਾ ਆ ਉਹ ਫਟ ਗਿਆ ਹੈਗਾ, ਜਿਸ ਹਿਸਾਬ ਦੇ ਨਾਲ ਪ੍ਰੈਜ਼ੀਡੈਂਟ ਟਰੰਪ ਉਹਨੀ ਸ਼ੋਅ ਕਰ ਰਹੇ ਸੀ ਵੀ ਅਸੀਂ ਬਹੁਤ ਵੱਡੀ ਡੀਲ ਜ਼ੈਲੈਂਸਕੀ ਨਾਲ ਬਣਾ ਰਹੇ। ਉੱਧਰ ਉਹ ਵੀ ਥਾਪੀਆਂ ਮਾਰੀ ਜਾਂਦਾ ਸੀ ਵੀ ਨਹੀਂ ਜੀ ਆਪਾਂ ਨਹੀਂ ਦੇਣੇ, ਏਦਾਂ ਤਾਂ ਫਿਰ ਮੈਂ ਆਪਣਾ ਮੁਲਕ ਹੀ ਗਿਰਵੀ ਰੱਖ ਦੂੰਗਾ। ਹਾਲਾਂਕਿ ਉਹਨੂੰ ਤਾਂ ਪਤਾ ਹੋਣਾ ਚਾਹੀਦਾ ਵੀ ਉਹਨਾਂ ਕੋਲ ਹੈ ਹੀ ਕੁਛ ਨਹੀਂ। ਉਹਨੂੰ ਸੀਗਾ ਵੀ $1 ਟ੍ਰਿਲੀਅਨ ਮਿਲ ਜਾਣਾ ਕਿਤੇ। ਸੋ ਉਸ ਸੰਬੰਧ ਦੇ ਵਿੱਚ ਹਾਂ, ਇਹ ਕੋਈ ਸ਼ੱਕ ਨਹੀਂ ਹੈ ਵੀ ਯੂਕਰੇਨ ਦੁਨੀਆ ਦੀ ਸਭ ਤੋਂ ਵੱਧ ਕਣਕ ਪ੍ਰੋਡਿਊਸ ਕਰਦਾ ਆ। ਉਸ ਸੰਬੰਧ ਦੇ ਵਿੱਚ ਹੋਰ ਕੋਈ ਐਗਰੀਮੈਂਟ ਹੋਵੇ। ਹੁਣ ਜਦੋਂ ਉਹਨਾਂ ਨੇ ਆਉਣਾ ਆ, ਮੇਰੇ ਖਿਆਲ ਨਾਲ ਕੱਲ ਨੂੰ ਸ਼ਾਇਦ ਆਉਣਾ, ਸ਼ੁੱਕਰਵਾਰ ਨੂੰ ਆ, ਤੇ ਉਹ ਦੇਖਦੇ ਆ ਵੀ ਜਿਹੜੀ ਕਿਹੜੀ ਡੀਲ ਆ ਉਹਦੇ ਉੱਤੇ ਟਰੰਪ ਉਹਨਾਂ ਦੇ ਸਿਗਨੇਚਰ ਹੁੰਦੇ ਆ। ਇੱਥੇ ਜਿਹੜਾ ਹਰਜੋਤ ਸਿੰਘ ਜੀ, ਰਾਸ਼ਟਰਪਤੀ ਟਰੰਪ ਹੋਣਾ ਦੇ ਬਿਆਨ ਜਾਂ ਅਮਰੀਕਾ ਦੇ ਇੱਕ ਰਾਸ਼ਟਰਪਤੀ ਦੇ ਬਿਆਨਾਂ ਦਾ ਕੀ ਮਤਲਬ ਰਹਿ ਜਾਂਦਾ ਹੈ, ਇਹ ਵੀ ਦੇਖਣ ਵਾਲੀ ਗੱਲ ਆ। ਥੋੜੇ ਦਿਨ ਪਹਿਲਾਂ ਉਹਨਾਂ ਨੇ ਜ਼ੈਲੈਂਸਕੀ ਨੂੰ ਡਿਕਟੇਟਰ ਆਖਿਆ। ਜਦ ਉਹਨਾਂ ਨੂੰ ਪੁੱਛਿਆ ਗਿਆ, ਕਹਿੰਦੇ ਅੱਛਾ ਮੈਂ ਆਖਿਆ ਸੀ। ਪ੍ਰਕਾਸ਼ ਸਿੰਘ ਬਾਦਲ ਵਾਲੀ ਗੱਲ ਕਰਤੀ ਇਹਨਾਂ ਨੇ ਵੀ ਅੱਛਾ ਕਾਕਾ ਮੈਨੂੰ ਤਾਂ ਪਤਾ ਨਹੀਂ। ਇਹ ਜਿਹੜੀ ਚੀਜ਼ ਆ ਉਹਨਾਂ ਨੇ ਕੀਤੀ। ਕੱਲ ਪਰਸੋਂ ਕਹਿ ਰਹੇ ਸੀਗੇ ਵੀ ਅਪ੍ਰੈਲ ਦੇ ਵਿੱਚ ਲੱਗਣੇ ਆ ਜਿਹੜੇ ਕਿ ਟੈਰਿਫ, ਫਿਰ ਅੱਜ ਜਿਹੜਾ ਉਹ ਕਨਫਰਮ ਹੋ ਗਿਆ ਵੀ ਨਹੀਂ ਜੀ ਇਹ ਤਾਂ ਮਾਰਚ ਵਿੱਚ ਲੱਗਣੇ ਆ ਕੈਨੇਡਾ ਤੇ ਮੈਕਸੀਕੋ ਦੇ ਵਿੱਚ। ਸੋ ਰਾਸ਼ਟਰਪਤੀ ਟਰੰਪ ਵੀ ਇਦਾਂ ਲੱਗ ਰਿਹਾ ਵੀ ਬਗੈਰ ਕਦੀ ਬਗੈਰ ਸੋਚੇ ਸਮਝੇ ਜਾਂ ਜੋ ਮਨ ਚ ਆਏ ਉਹ ਕਦੀ ਬੋਲ ਦਿੰਦੇ ਆ। ਸੋ ਤਵਾਜ਼ਨ ਦੇ ਨਾਲ ਬੋਲਣ ਦੀ ਇੱਥੇ ਰਾਸ਼ਟਰਪਤੀ ਟਰੰਪ ਹੋਣਾ ਨੂੰ ਜ਼ਰੂਰਤ ਆ। ਅਕਸਰ ਅਮਰੀਕਾ ਦੇ ਉਹ ਰਾਸ਼ਟਰਪਤੀ ਨੇ ਤੇ ਰਾਸ਼ਟਰਪਤੀ ਦੇ ਬਿਆਨਾਂ ਦਾ ਕੋਈ ਮਤਲਬ ਰਹਿਣਾ ਚਾਹੀਦਾ, ਕੋਈ ਰੋਬ ਰਹਿਣਾ ਚਾਹੀਦਾ। ਨੋ ਡਾਊਟ ਉਹ ਇਸੇ ਬੜਬੋਲੇਪਣ ਕਰਕੇ ਕਈਆਂ ਦੀਆਂ ਅੱਖਾਂ 'ਚ ਰੜਕਦੇ ਵੀ ਆ। ਉਹ ਚੀਜ਼ਾਂ ਵੀ ਜਿਹੜੀਆਂ ਉਹ ਹੈਗੀਆਂ ਆ, ਪਰ ਫਿਰ ਵੀ ਇਸ ਦੇ ਬਾਵਜੂਦ ਜਦੋਂ ਆਪਣੇ ਖਾਸ ਕਰਕੇ ਮਿੱਤਰ ਦੋਸਤਾਂ ਦੇ ਨਾਲ, ਮਿੱਤਰ ਮੁਲਕਾਂ ਦੇ ਨਾਲ ਗੱਲਬਾਤ ਤੁਸੀਂ ਕਰਦੇ ਆ, ਥੋੜਾ ਤਵਾਜ਼ਨ ਬਣਾ ਕੇ ਵੀ ਰੱਖਣ ਦੀ ਜਿਹੜੀ ਉਹ ਜ਼ਰੂਰਤ ਹੁੰਦੀ ਆ। ਪਹਿਲੀ ਵਾਰ ਹੋਇਆ ਆ ਅਮਰੀਕਾ ਤੇ ਯੂਰਪ ਦੇ ਜਿਹੜੇ ਰਿਸ਼ਤੇ ਆ ਉਹ ਇੰਨੇ ਵੱਡੇ ਪੱਧਰ ਦੇ ਉੱਤੇ ਉਹਨਾਂ ਵਿੱਚ ਫਰਕ ਜਿਹੜਾ ਉਹ ਪਿਆ ਹੋਇਆ ਆ। ਖਾਸ ਕਰਕੇ ਟੈਰਿਫ ਦਾ ਰੌਲਾ, ਰਸ਼ੀਆ ਦੀ ਜਿਹੜੀ ਸਪੋਰਟ
ਤੇ ਫਾਰ ਰਾਈਟ ਜਿਹੜੀਆਂ ਉੱਥੋਂ ਦੀਆਂ ਪਾਰਟੀਆਂ ਦੇ ਨਾਲ ਸੰਬੰਧਾਂ ਨੂੰ ਜਿਹੜਾ ਉਹ ਜੋੜਨਾ, ਉਹਨਾਂ ਮੁੱਦਿਆਂ ਦੇ ਉੱਤੇ ਕਰਕੇ ਯੂਰਪ ਤੇ ਅਮਰੀਕਾ ਦੇ ਰਿਸ਼ਤਿਆਂ ਦੇ ਵਿੱਚ ਫਰਕ ਤਾਂ ਜਿਹੜਾ ਪਿਆ ਆ, ਥੋੜਾ ਬਹੁਤਾ ਤਾਂ ਜਿਹੜਾ ਅਸਰ ਇਹਨਾਂ ਸਾਰੀਆਂ ਚੀਜ਼ਾਂ ਦਾ ਡੈਫੀਨੇਟਲੀ ਪੈ ਰਿਹਾ ਹੈ। ਤੇ ਜੇ ਟੈਰਿਫ ਦੀ ਗੱਲ ਕਰਦੇ ਜਾਈਏ, ਨਿਊਯਾਰਕ ਟਾਈਮਜ਼ ਰਿਪੋਰਟ ਕਰ ਰਹੀ ਹੈ ਟਰੰਪ ਉਹਨਾਂ ਨੇ ਕਿਹਾ ਕਿ ਕੈਨੇਡਾ ਤੇ ਮੈਕਸੀਕੋ ਦੇ ਉੱਤੇ ਮੋਰਲੇ ਹਫ਼ਤੇ ਮਾਰਚ 3 ਨੂੰ ਜੋ ਟੈਰਿਫ ਆ 25% ਲੱਗਣ ਜਾ ਰਹੇ ਆ। ਚਾਈਨਾ ਦੇ ਉੱਤੇ ਅਪ੍ਰੈਲ ਤੋਂ ਸ਼ੁਰੂ ਹੋਣਗੇ, ਉਹ 10% ਆ। ਟਰੰਪ ਉਹਨਾਂ ਨੇ ਕਿਹਾ ਵੀ ਜਿਹੜੀਆਂ ਡਰੱਗਸ ਆ ਹਜੇ ਵੀ ਆ ਰਹੀਆਂ ਮੁਲਕ ਦੇ ਵਿੱਚ, ਮੈਕਸੀਕੋ ਵਾਲੀ ਸਾਈਡ ਤੋਂ ਵੀ, ਕੈਨੇਡਾ ਵਾਲੀ ਸਾਈਡ ਤੋਂ ਵੀ, ਵੀ ਬਹੁਤ ਵੱਡੇ ਅਮਾਉਂਟ 'ਚ ਤੇ ਅਨਐਕਸੈਪਟੇਬਲ ਲੈਵਲ ਦੇ ਉੱਤੇ। ਸੋ ਕਹਿੰਦੇ ਇਹਦੇ ਵਿੱਚੋਂ ਮੈਜੋਰਿਟੀ 'ਚ ਫੈਂਟਲਿਨ ਹੈਗੀ ਆ, ਜੋ ਕਿ ਚਾਈਨਾ ਵਾਲੇ ਬਣਾ ਰਹੇ ਆ, ਤੇ ਆ ਰਹੀ ਹੈਗੀ ਆ ਉਹ ਮੈਕਸੀਕੋ ਦੀ ਥਾਣੀ। ਓਵਲ ਆਫਿਸ ਨੇ ਅੱਜ ਬਾਅਦ ਦੁਪਹਿਰ ਕਿਹਾ ਵੀ ਟਰੰਪ ਉਹਨਾਂ ਨੇ ਕਿਹਾ ਵੀ ਮਾਈਗ੍ਰੈਂਟਸ ਜੋ ਮੂਵ ਹੋ ਰਿਹਾ ਉਹ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਕਮੀ ਆਈ ਹੈਗੀ ਆ, ਉਹ ਬਿਲਕੁਲ ਦਿਸ ਰਹੀ ਹੈਗੀ ਆ। ਤੇ ਹਜੇ ਡਰੱਗ ਤੇ ਪਾਰਟੀਕੂਲਰਲੀ ਫੈਂਟਲਿਨ ਦੇ ਉੱਤੇ ਇਦਾਂ ਦੀ ਕਮੀ ਨਹੀਂ ਆਈ ਹੈਗੀ। ਕੈਨੇਡਾ ਮੈਕਸੀਕੋ ਦੇ ਉੱਤੇ ਫਰਵਰੀ ਮਹੀਨੇ 'ਚ ਟਰੰਪ ਉਹਨਾਂ ਨੇ ਕਿਹਾ ਸੀ ਵੀ ਅਸੀਂ 1 ਮਹੀਨੇ ਦਾ ਸਮਾਂ ਦੇਣ ਜਾ ਰਹੇ ਹਾਂ, ਤੇ ਕੈਨੇਡਾ ਵਾਲਿਆਂ ਨੇ ਵੀ ਆਪਣੀ ਫੌਜ ਲਾਤੀ ਸੀ ਬਾਰਡਰ ਦੇ ਉੱਤੇ, ਤੇ ਮੈਕਸੀਕੋ ਵਾਲਿਆਂ ਨੇ ਵੀ 10,000 ਤੋਂ ਵੱਧ ਜਿਹੜੇ ਫੌਜੀ ਲਾਏ ਹੈਗੇ ਆ। ਹੁਣ ਉਹਨਾਂ ਦਾ ਰਿਐਕਸ਼ਨ ਕੀ ਹੋਊਗਾ ਵੀ ਜਦੋਂ ਉਹ ਇੰਨਾ ਵੱਡਾ ਅਮਾਉਂਟ, ਇੰਨੇ ਵੱਡੇ ਪੈਸੇ ਖਰਚ ਕਰ ਰਹੇ ਆ ਤਾਂ ਕਿ ਕੋਈ ਡਰੱਗ ਜਾਂ ਇਲੀਗਲ ਬੰਦੇ ਅਮਰੀਕਾ 'ਚ ਕ੍ਰਾਸ ਨਾ ਕਰ ਸਕਣ, ਤੇ ਫਿਰ ਵੀ ਜਿਹੜਾ ਟੈਰਿਫ ਲਾਇਆ ਜਾ ਰਿਹਾ ਆ, ਉਹਦੇ ਸੰਬੰਧ ਦੇ ਵਿੱਚ ਉਹਨਾਂ ਦਾ ਕੀ ਰਿਸਪੌਂਸ ਆਉਂਦਾ ਆ, ਉਹ ਦੇਖਦੇ ਹੈਗੇ। ਯੂਐਸ ਦੀ ਟੈਕਸਟਾਈਲ ਇੰਡਸਟਰੀ $12.3 ਬਿਲੀਅਨ ਜਾਂ 53% ਇਹਦਾ ਗਲੋਬਲ ਟੈਕਸਟਾਈਲ ਆ, ਉਹ ਮੈਕਸੀਕੋ ਨੂੰ ਐਕਸਪੋਰਟ ਕਰਦੀ ਤੇ ਕੈਨੇਡਾ ਨੂੰ ਐਕਸਪੋਰਟ ਕਰਦੀ ਹੈਗੀ ਆ। ਸੋ ਜੇ ਕੈਨੇਡਾ ਤੇ ਮੈਕਸੀਕੋ ਵੀ ਉਹਨਾਂ ਦੇ ਉੱਤੇ ਉਹ ਟੈਕਸ ਲਾ ਦਿੰਦੇ ਆ, ਤੇ ਫਿਰ ਉਹਦਾ ਅਸਰ ਅਮਰੀਕਾ ਦੀ ਜਿਹੜੀ ਟੈਕਸਟਾਈਲ ਇੰਡਸਟਰੀ ਆ ਉਹਦੇ ਉੱਤੇ ਵੀ ਬਹੁਤ ਵੱਡਾ ਪਊਗਾ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਆ ਕੁਝ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਨਿਊਜ਼ ਆ ਉਸ ਦੇ ਨਾਲ। ਪਹਿਲੀ ਤਾਂ ਜਿਹੜੀ ਗੱਲ ਇਹ ਕਰੀਏ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਬੀਤੇ ਦਿਨਾਂ ਦੇ ਵਿੱਚ ਇਹ ਐਲਾਨ ਕਰ ਦਿੱਤਾ, ਜਿਹੜੀ ਆਪਾਂ ਰਜਿਸਟਰੀ ਦੀ ਗੱਲ ਕੀਤੀ ਸੀ ਉਹਦੇ ਬਾਰੇ ਥੋੜੀ ਜਿਹੜੀ ਹੋਰ ਜਾਣਕਾਰੀ ਜੋ ਆ ਰਹੀ ਆ ਉਸ ਬਾਰੇ ਦੱਸਦੇ ਜਾਈਏ। ਇਮੀਗ੍ਰੇਸ਼ਨ ਅਧਿਕਾਰੀਆਂ ਨੇ ਸਾਰਿਆਂ ਨੂੰ ਸੂਚਨਾ ਦਿੰਦੇ ਹੋਏ ਆਖਿਆ ਆ ਵੀ ਜਿਹੜੇ ਵੀ ਲੋਕ ਯੂਐਸ ਦੇ ਵਿੱਚ ਇਲੀਗਲੀ ਰਹਿ ਰਹੇ ਆ ਉਹਨਾਂ ਨੂੰ ਫੈਡਰਲ ਸਰਕਾਰ ਦੇ ਨਾਲ ਆਪਣੇ ਆਪ ਨੂੰ ਰਜਿਸਟਰ ਕਰਨਾ ਪਵੇਗਾ। ਜੇ ਉਹ ਨਹੀਂ ਕਰਦੇ ਤਾਂ ਉਹਨਾਂ ਨੂੰ ਫਾਈਨ ਹੋ ਸਕਦੇ ਆ, ਇੰਪ੍ਰਿਜ਼ਨਮੈਂਟ ਜਾਂ ਦੋਨੋਂ ਚੀਜ਼ਾਂ ਜਿਹੜੀਆਂ ਉਹ ਕੀਤੀਆਂ ਜਾ ਸਕਦੀਆਂ ਆ। ਕੋਈ ਵੀ ਇਨਸਾਨ ਜਿਸ ਦੀ ਉਮਰ 14 ਸਾਲ ਜਾਂ ਉਸ ਤੋਂ ਵੱਧ ਆ, ਜਿਨ੍ਹਾਂ ਦਾ ਕੋਈ ਲੀਗਲ ਸਟੇਟਸ ਇਸ ਮੌਕੇ ਨਹੀਂ ਆ, ਉਹਨਾਂ ਨੂੰ ਇਸ ਰਜਿਸਟਰੀ ਦੇ ਵਿੱਚ ਮੈਂਡੇਟਰੀ ਜ਼ਰੂਰੀ ਤੌਰ ਦੇ ਉੱਤੇ ਜ਼ਰੂਰੀ ਤੌਰ ਦੇ ਉੱਤੇ ਰਜਿਸਟਰ ਕਰਨ ਦੇ ਲਈ ਆਖਿਆ ਗਿਆ ਆ। ਇਹ ਜਿਹੜੀ ਸਟੇਟਮੈਂਟ ਬੀਤੇ ਮੰਗਲਵਾਰ ਯੂਐਸ ਸਿਟੀਜ਼ਨ ਐਂਡ ਇਮੀਗ੍ਰੇਸ਼ਨ ਸਰਵਿਸ USCIS ਦੇ ਦੁਆਰਾ, ਜਿਹੜੀ ਕਿ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਇੱਕ ਸ਼ਾਖਾ ਆ, ਉਹਨਾਂ ਨੇ ਜਾਰੀ ਕੀਤੀ ਆ। ਕਹਿੰਦੇ ਹਰ ਉਹ ਇਨਸਾਨ ਜਿਹੜਾ 14 ਜਾਂ 14 ਸਾਲ ਦੀ ਉਮਰ ਤੋਂ ਵੱਧ ਆ, ਉਸ ਨੂੰ ਰਜਿਸਟਰ ਕਰਨਾ ਪਊਗਾ, ਆਪਣੇ ਫਿੰਗਰਪ੍ਰਿੰਟ ਦੇਣੇ ਪੈਣਗੇ, ਨਾਲ ਐਡਰੈਸ ਦੱਸਣਾ ਪਊਗਾ। ਇਹ ਜਿਹੜੀ ਸਟੇਟਮੈਂਟ ਦੱਸਦੀ ਆ ਜਿਹੜੇ 14 ਸਾਲ ਤੋਂ ਘੱਟ ਦੀ ਉਮਰ ਵਾਲੇ ਨਿਆਣੇ ਨੇ ਜਾਂ ਉਸ ਉਮਰ ਦੇ ਇਨਸਾਨ ਨੇ, ਬੱਚੇ ਨੇ, ਤੇ ਜਿਹੜੇ ਇਲੀਗਲ ਨੇ ਇੱਥੇ, ਜਿਨ੍ਹਾਂ ਦਾ ਲੀਗਲ ਸਟੇਟਸ ਕੋਈ ਨਹੀਂ ਆ, ਉਹਨਾਂ ਨੂੰ ਇਹ ਕਿਹਾ ਵੀ ਜਿਹੜੇ ਪੇਰੈਂਟਸ ਤੇ ਜਿਹੜੇ ਗਾਰਡੀਅਨਸ ਆ ਉਹਨਾਂ ਨੂੰ ਉਹਨਾਂ ਦੇ ਲਈ ਜਿਹੜਾ ਉਹ ਰਜਿਸਟਰ ਕਰਨਾ ਪਵੇਗਾ। ਸੋ ਇਹ ਟਰੰਪ ਐਡਮਿਨਿਸਟ੍ਰੇਸ਼ਨ ਦੇ ਜਿਹੜਾ ਲੇਟੈਸਟ ਐਡਮਿਨਿਸਟ੍ਰੇਟਿਵ ਮੂਵ ਹੈਗਾ ਆ, ਜਿਹੜਾ ਆਪਣਾ ਕੈਂਪੇਨ ਦਾ ਜਿਹੜੀ ਵਚਨ ਦਿੱਤਾ ਸੀ, ਪ੍ਰੋਮਿਸ ਕੀਤਾ ਸੀ ਇਲੀਗਲ ਇਮੀਗ੍ਰੇਸ਼ਨ ਨੂੰ ਕ੍ਰੈਕਡਾਊਨ ਕਰਨ ਦੇ ਲਈ ਤੇ ਜਿਹੜੇ ਮਿਲੀਅਨਸ ਆ ਉਹਨਾਂ ਨੂੰ ਡਿਪੋਰਟ ਕਰਨ ਦੇ ਲਈ, ਉਸ ਦੇ ਵਿੱਚ ਇਹ ਅਗਲਾ ਕਦਮ ਦੇਖਿਆ ਜਾ ਰਿਹਾ ਹੈਗਾ ਆ। 1940 ਦਾ ਇੱਕ ਏਲੀਅਨ ਰਜਿਸਟ੍ਰੇਸ਼ਨ ਐਕਟ ਦੇ ਤਹਿਤ ਕਹਿੰਦੇ ਵੀ ਇਸ ਦੀ ਵਰਤੋਂ ਹੁਣ ਕੀਤੀ ਜਾ ਰਹੀ ਆ, ਜਿਸ ਦੇ ਵਿੱਚ ਫੈਡਰਲ ਇਮੀਗ੍ਰੇਸ਼ਨ ਲਾ ਰਿਕਵਾਇਰ ਕਰਦਾ ਆ ਯੂਐਸ ਦੇ ਵਿੱਚ ਜਿਹੜੇ ਇਲੀਗਲੀ ਰਹਿ ਰਹੇ ਆ ਉਹਨਾਂ ਨੂੰ ਰਜਿਸਟਰ ਕਰਨ ਦੇ ਲਈ। ਕਹਿੰਦੇ ਜਦੋਂ ਵਰਲਡ ਵਾਰ 2 ਦਾ ਸਮਾਂ ਆਇਆ ਸੀ, ਉਸ ਟਾਈਮ ਦੇ ਉੱਤੇ ਜਿਹੜੀਆਂ ਰਿਕੁਆਇਰਮੈਂਟਸ ਆ ਉਹ ਸਖਤ ਕੀਤੀਆਂ ਗਈਆਂ ਸੀ, ਉਦੋਂ ਇਹ ਸਭ ਤੋਂ ਚਰਮ ਸੀਮਾ ਦੇ ਉੱਤੇ ਸੀਗਾ। ਤੇ ਫਿਰ ਜਿਹੜੀਆਂ ਰਿਕੁਆਇਰਮੈਂਟਸ ਜਿਹੜੀਆਂ ਹੁਣ ਮੌਜੂਦਾ ਆ, ਇਹ ਇੱਕ ਇਮੀਗ੍ਰੇਸ਼ਨ ਨੈਸ਼ਨੈਲਿਟੀ ਐਕਟ INA ਜਿਸ ਨੂੰ ਆਖਦੇ ਆ 1952 ਦਾ, ਉਸ ਤੋਂ ਬਾਅਦ ਦੇ ਵਿੱਚ ਜਿਹੜਾ ਹੋ ਰਿਹਾ ਆ 9/11 ਤੋਂ ਬਾਅਦ ਦੇ ਵਿੱਚ ਜਿਹੜੇ ਨੈਸ਼ਨਲ ਸਿਕਿਉਰਿਟੀ ਐਂਟਰੀ ਐਗਜ਼ਿਟ ਰਜਿਸਟ੍ਰੇਸ਼ਨ ਸਿਸਟਮ ਆ, ਉਸ ਦੇ ਵਿੱਚ ਸਾਰੇ ਜਿਹੜੇ ਨਾਨ ਸਿਟੀਜ਼ਨ
ਮੇਲਸ ਨੇ 16 ਜਾਂ ਉਸ ਤੋਂ ਵੱਧ ਦੀ ਉਮਰ ਵਾਲੇ 25 ਕੰਟਰੀਆਂ ਦੇ ਵਿੱਚੋਂ ਉਹਨਾਂ ਨੂੰ ਰਿਕੁਆਇਰ ਜਿਹੜਾ ਉਹ ਕੀਤਾ ਗਿਆ ਸੀ ਵੀ ਇਹਦੇ ਵਿੱਚ ਸਿਸਟਮ ਦੇ ਵਿੱਚ ਆਪਣੇ ਆਪ ਨੂੰ ਜਿਹੜਾ ਉਹ ਕਰੋ। ਹੁਣ ਜਿਹੜਾ ਆ ਇਹ ਹੁਣ ਅਨਡਾਕੂਮੈਂਟਡ ਜਿਨ੍ਹਾਂ ਦਾ ਕੋਈ ਇਮੀਗ੍ਰੇਸ਼ਨ ਸਟੇਟਸ ਨਹੀਂ ਆ, ਜਿਨ੍ਹਾਂ ਦੀ ਉਮਰ 14 ਜਾਂ 14 ਸਾਲ ਤੋਂ ਉੱਤੇ ਆ, ਉਹਨਾਂ ਨੂੰ ਆਪਣੇ ਪੱਧਰ ਦੇ ਉੱਤੇ ਫੈਡਰਲ ਸਰਕਾਰ ਦੇ ਨਾਲ ਰਜਿਸਟਰ ਕਰਨ ਦੇ ਲਈ ਆਖਿਆ ਗਿਆ ਆ। ਫਿੰਗਰਪ੍ਰਿੰਟ ਐਡਰੈਸ ਦੇਣੇ ਪੈਣਗੇ ਤੇ ਨਾਲ ਦੇ ਨਾਲ ਜਿਨ੍ਹਾਂ ਦੀ 14 ਸਾਲ ਤੋਂ ਘੱਟ ਉਮਰ ਆ ਉਹਨਾਂ ਨੂੰ ਉਹਨਾਂ ਦੇ ਗਾਰਡੀਅਨਸ ਜਾਂ ਉਹਨਾਂ ਦੇ ਪੇਰੈਂਟਸ ਨੂੰ ਉਹ ਰਜਿਸਟਰ ਕਰਨਾ ਪਵੇਗਾ। ਸੋ ਇਹ ਇੱਕ ਇਮੀਗ੍ਰੇਸ਼ਨ ਦੇ ਵਿੱਚ ਇੱਕ ਨਵੀਂ ਜਿਹੜੀ ਨੈਸ਼ਨਲ ਰਜਿਸਟਰੀ ਵਾਲੀ ਗੱਲ ਆ ਉਹ ਚੱਲੀ ਆ। ਟਰੰਪ ਐਡਮਿਨਿਸਟ੍ਰੇਸ਼ਨ ਨੇ 5 ਜੱਜ ਜਿਹੜੇ ਆ ਉਹ ਫਾਇਰ ਕਰ ਦਿੱਤੇ ਆ। ਟੈਕਸਸ ਦੇ ਵਿੱਚ ਜਿਹੜੀ ਯੂਨੀਅਨ ਆ ਜੱਜਾਂ ਦੀ, ਉਹਨਾਂ ਨੇ ਇਹ ਦੱਸਿਆ ਹੈਗਾ। ਕਹਿੰਦੇ ਪਈ ਜਿਹੜੇ ਜੱਜ ਫਾਇਰ ਕੀਤੇ ਗਏ ਆ ਉਹ ਹੂਸਟਨ, ਲਰੇਡੋ ਤੇ ਐਲ ਪਾਸੋ ਇਹਨਾਂ ਦੀਆਂ ਕੋਰਟਸ ਦੇ ਵਿੱਚ ਕੰਮ ਕਰਦੇ ਸੀ। ਇੰਟਰਨੈਸ਼ਨਲ ਫੈਡਰੇਸ਼ਨ ਆਫ ਪ੍ਰੋਫੈਸ਼ਨਲ ਐਂਡ ਟੈਕਨੀਕਲ ਇੰਜੀਨੀਅਰਸ ਇਹਨਾਂ ਵੱਲੋਂ ਇਹ ਦੱਸਿਆ ਗਿਆ। ਜਿਹੜੀ ਇਹ ਯੂਨੀਅਨ ਆ ਕਹਿੰਦੇ ਵੀ 28 EMPLOYEE US ਡਿਪਾਰਟਮੈਂਟ ਆਫ ਜਸਟਿਸ ਦੀ ਐਗਜ਼ੀਕਿਊਟਿਵ ਆਫਿਸ ਫਾਰ ਇਮੀਗ੍ਰੇਸ਼ਨ ਰਿਵਿਊ ਵੱਲੋਂ ਰਿਮੂਵ ਕਰ ਦਿੱਤੇ ਗਏ ਆ, ਜਿਨ੍ਹਾਂ ਚੋਂ 3 ਜੱਜ ਸੀ ਤੇ 700 ਦੇ ਕਰੀਬ ਅਮਰੀਕਾ 'ਚ ਇਸ ਟਾਈਮ ਇਮੀਗ੍ਰੇਸ਼ਨ ਜੱਜ ਹੈਗੇ ਆ। 71 ਇਮੀਗ੍ਰੇਸ਼ਨ ਕੋਰਟਸ ਹੈਗੀਆਂ। ਜੇ ਹੁਣ 3 ਜੱਜਾਂ ਨੂੰ ਰਿਮੂਵ ਕਰ ਦਿੱਤਾ ਗਿਆ, ਇਹਦੇ ਨਾਲ ਜਿਹੜੇ ਕੇਸ ਸੁਣਨੇ ਆ ਹੋਰ ਵੀ ਉਹ ਡਿਲੇ ਹੋ ਜਾਣਗੇ। ਇੱਕ ਜੱਜ ਕਹਿੰਦੇ ਭਈ ਸਾਲ ਦੇ ਵਿੱਚ 700 ਦੇ ਕਰੀਬ ਜਿਹੜੇ ਕੇਸ ਆ ਉਹ ਸੁਣਦਾ ਹੈਗਾ। 3.5 ਮਿਲੀਅਨ ਦੇ ਕਰੀਬ 3.6 ਮਿਲੀਅਨ ਇਮੀਗ੍ਰੇਸ਼ਨ ਕੇਸਸ ਪੈਂਡਿੰਗ ਹੈਗੇ ਆ ਕੋਰਟਸ ਦੇ ਵਿੱਚ। ਸੋ 500 ਤੋਂ ਲੈ ਕੇ 700 ਕੇਸ ਇੱਕ ਜੱਜ ਜਿਹੜਾ ਸੁਣਦਾ। ਪਿੱਛੇ ਜਿਹਾ ਜੋ ਕੰਕੜ ਵਾਲੇ ਕੋਰਟ ਆ ਉੱਥੋਂ ਵੀ ਜੱਜਾਂ ਨੂੰ ਫਾਇਰ ਕਰ ਦਿੱਤਾ ਗਿਆ ਸੀਗਾ। ਸੋ ਨਵੇਂ ਇਹ ਜੱਜ ਹਾਇਰ ਕਰਦੇ ਆ ਨਹੀਂ ਕਰਦੇ ਆ ਤੇ ਇਹ ਬਹੁਤ ਜ਼ਿਆਦਾ ਹੁਣ ਡਿਪੈਂਡ ਕਰੂਗਾ। ਪਰ ਕਿਸ ਤਰ੍ਹਾਂ ਦੇ ਜੱਜ ਸੀ, ਕੀ ਉਹਨਾਂ ਦੀ ਰੇਟਿੰਗ ਸੀ, ਕਿਉਂ ਇਹਨਾਂ ਨੇ ਫਾਇਰ ਕੀਤਾ, ਇਹ ਤੁਸੀਂ ਸਾਰੇ ਸਮਝਦੇ ਹੀ ਹੋ। ਜੀ ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰੀਏ, ਖਬਰ ਆ ਰਹੀ ਆ ਫ੍ਰੈਜ਼ਨੋ ਇਲਾਕੇ ਦੇ ਵਿੱਚੋਂ। ਫ੍ਰੈਜ਼ਨੋ ਪੁਲਿਸ ਡਿਪਾਰਟਮੈਂਟ ਨੇ 2 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਆ ਜੋ ਕਿ ਨਕਲੀ ਆਈਸ ਦੇ ਏਜੰਟ ਬਣ ਕੇ ਆਮ ਲੋਕਾਂ ਨੂੰ ਤੇ ਕਈ ਜਿਹੜੇ ਬਿਜ਼ਨਸ ਦੇ ਉੱਤੇ ਜਿਹੜੇ ਲੋਕ ਆਏ ਸੀਗੇ, ਕਸਟਮਰ ਸੀਗੇ, ਉਹਨਾਂ ਨੂੰ ਇਹ ਹਰਾਸ ਕਰ ਰਹੇ ਸੀਗੇ। ਫ੍ਰੈਜ਼ਨੋ ਪੁਲਿਸ ਡਿਪਾਰਟਮੈਂਟ ਨੇ ਇਹ ਦੱਸਿਆ ਵੀ ਉਹਨਾਂ ਨੂੰ ਇਸ ਬਾਬਤ ਜਿਹੜੀਆਂ ਜਾਣਕਾਰੀਆਂ ਆ, ਕਾਲਸ ਆ, ਉਹ ਆਉਣੀਆਂ ਸ਼ੁਰੂ ਹੋਈਆਂ, ਜਿਸ ਵਿੱਚ ਲੋਕ ਕਾਲ ਕਰਕੇ ਦੱਸ ਰਹੇ ਸੀਗੇ ਵੀ 2 ਜਿਹੜੇ ਮੇਲ ਨੇ ਉਹ ਆਈਸ ਏਜੰਟ ਬਣ ਕੇ ਲੋਕਾਂ ਨੂੰ ਹਰਾਸਮੈਂਟ ਉਹਨਾਂ ਦੀ ਕਰ ਰਹੇ ਆ। ਸੋ ਫੈਡਰਲ ਇਮੀਗ੍ਰੇਸ਼ਨ ਅਧਿਕਾਰੀ ਬਣ ਕੇ ਜਿਹੜੇ ਇਹ ਜਿਹੜੀ ਇੰਪਰਸੋਨੇਟਿੰਗ ਕਰ ਰਹੇ ਸੀ। ਇਸ ਤੋਂ ਪਹਿਲਾਂ ਵੀ ਹੋਰ ਮੁਲਕ ਦੇ ਹਿੱਸਿਆਂ ਦੇ ਵਿੱਚ 3-4 ਜਾਣੇ ਪਹਿਲਾਂ ਵੀ ਆਈਸ ਦੇ ਨਕਲੀ ਏਜੰਟ ਬਣ ਕੇ ਜੋ ਲੋਕਾਂ ਨੂੰ ਡਰਾ ਰਹੇ ਸੀ, ਧਮਕਾ ਰਹੇ ਸੀਗੇ, ਉਹਨਾਂ ਦੇ ਕਾਗਜ਼ ਪੱਤਰ ਦੇਖ ਰਹੇ ਸੀਗੇ, ਉਸ ਨੂੰ ਜਿਹੜਾ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ। ਰਿਵਰ ਪਾਰਕ ਜਿਹੜਾ ਇਲਾਕਾ ਹੈ, ਰਿਵਰ ਪਾਰਕ ਸ਼ਾਪਿੰਗ ਸੈਂਟਰ, ਇੱਥੇ ਕਹਿੰਦੇ ਵੀ ਇਹ ਘਟਨਾ ਜਿਹੜੀ ਉਹ ਵਾਪਰੀ ਜਿੱਥੇ ਇਹ 2 ਜਾਣੇ ਵੈਸਟ ਪਾ ਕੇ, ਆਈਸ ਦੀਆਂ ਜਿਹੜੀਆਂ ਉਹਨਾਂ ਨੇ ਵੈਸਟ ਪਾਈਆਂ ਸੀ, ਪੁਲਿਸ ਵੀ ਉਹਦੇ ਤੇ ਲਿਖਿਆ ਸੀਗਾ। ਉਹਨਾਂ ਦੇ ਕੋਲ ਬੜੇ ਤਰ੍ਹਾਂ ਦੇ ਡੰਡੇ, ਹਥਿਆਰ ਤੇ ਉਹਨਾਂ ਨੇ ਨਕਲੀ ਜਿਹੜੇ ਗਲੇ ਦੇ ਵਿੱਚ ਕਹਿ ਲਓ ਵੀ ਆਈਸ ਏਜੰਟ ਵਾਲੀਆਂ ਜਿਹੜੀਆਂ ਉਹ ਚੀਜ਼ਾਂ ਪਾਈਆਂ ਸੀਗੀਆਂ, ਉਹ ਬਾਅਦ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਜਿਹੜਾ ਉਹ ਕੀਤਾ ਗਿਆ। ਇੱਥੋਂ ਤੱਕ ਕਿ ਹਰਜੋਤ ਸਿੰਘ ਜੀ, ਜੇ ਤੁਸੀਂ ਦੇਖੋ ਉਹਨਾਂ ਫੋਟੋਜ਼ ਦੇ ਵਿੱਚ ਤਾਂ ਜਿੱਦਾਂ ਪੁਲਿਸ ਵਾਲਿਆਂ ਦਾ ਕੈਮਰਾ ਹੁੰਦਾ ਆ, ਬੋਡੀ ਕੈਮਰਾ ਹੁੰਦਾ, ਉਦਾਂ ਦੀ ਵੀ ਚੀਜ਼ ਜਿਹੜੀ ਉਹਨਾਂ ਨੇ ਪਾਈ ਸੀ। ਤੁਸੀਂ ਥੋੜੇ ਦਿਨ ਪਹਿਲਾਂ ਵੀ ਦੱਸਿਆ ਸੀਗਾ ਵੀ ਐਮਾਜ਼ੋਨ ਤੋਂ ਇਹ ਚੀਜ਼ਾਂ ਜਿਹੜੀਆਂ ਧੜਾ ਧੜ ਜਿਹੜੀਆਂ ਵਿਕ ਰਹੀਆਂ ਆ, ਹੁਣ ਇਹ ਜਿਹੜੀਆਂ ਚੀਜ਼ਾਂ ਦੇਖੀਆਂ ਗਈਆਂ ਆ ਤੇ ਆਮ ਲੋਕ ਇਸ ਮਾਹੌਲ ਦੇ ਵਿੱਚ, ਇਸ ਡਰ ਦੇ ਮਾਹੌਲ ਦੇ ਵਿੱਚ ਆਮ ਲੋਕਾਂ ਨੂੰ ਤੰਗ ਪਰੇਸ਼ਾਨ ਕਰਦੇ ਹੋਏ ਇਹਨਾਂ 2 ਜਾਣਿਆਂ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ ਆ। ਰਿਵਰ ਪਾਰਕ ਜੋ ਕਿ 41 ਦੇ ਨਜ਼ਦੀਕ ਇਲਾਕਾ ਜਿਹੜਾ ਉਹ ਪੈਂਦਾ ਆ, 49 ਹੌਰੰਡਨ ਵਾਲਾ ਜਿਹੜਾ ਇਲਾਕਾ ਆ ਉੱਥੇ, ਤੇ ਉੱਥੇ ਕਹਿੰਦੇ ਵੀ ਇਹਨਾਂ ਨੇ 11 ਘੱਟੋ ਘੱਟ ਬਿਜ਼ਨੈਸਿਸ ਦੇ ਵਿੱਚ ਜਾ ਕੇ ਆਮ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਆ ਤੇ ਹੁਣ ਇਹ ਪੁਲਿਸ ਦੇ ਹੱਥੇ ਜਿਹੜੇ ਆ ਚੜੇ ਆ ਤੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਆ। ਜੀ ਬਿਲਕੁਲ। ਇੱਕ ਬਿਜ਼ਨਸ ਤੋਂ ਉਹਨਾਂ ਦੇ ਸਪੈਸੀਫਿਕ ਬਿਜ਼ਨਸ ਡਾਕੂਮੈਂਟਸ ਮੰਗੇ। ਸੋ ਬਿਲਕੁਲ ਜਦੋਂ ਵੀ ਕੋਈ ਤੁਹਾਡੇ ਇਦਾਂ ਦਾ ਆਉਂਦਾ, ਮੇਕ ਸ਼ੋਰ ਕਰੋ ਵੀ ਉਹ ਅਸਲੀ ਆਈਸ ਵਾਲੇ ਆ ਜਾਂ ਨਕਲੀ ਹੈਗੇ ਆ। ਉਹਨਾਂ ਦੇ ਉੱਤੇ ਮਿਸਡਮੀਨਰ ਚਾਰजेस ਲਾਏ ਗਏ ਆ ਤੇ ਕ੍ਰਾਈਮ ਉਹਨਾਂ ਦਾ ਇਹ ਸੀ, ਇੰਪਰਸੋਨੇਟਿੰਗ ਏ ਪੁਲਿਸ ਆਫੀਸਰ ਅੰਡਰ ਸੈਕਸ਼ਨ PC 53DA, ਤੇ ਉਹਨਾਂ ਨੂੰ ਸਾਈਟ ਜ਼ਰੂਰ ਕੀਤਾ ਗਿਆ ਤੇ ਹੁਣ ਉਹ ਛੱਡ ਦਿੱਤੇ ਗਏ ਹੈਗੇ ਆ।
ਅਗਲੀ ਖਬਰ ਵੱਲ ਚਲੀਏ। ਤੁਲਸੀ ਗੈਬਰਟ ਨੇ ਅੱਜ ਅਨਾਉਂਸ ਕੀਤਾ ਆ ਵੀ 100 ਤੋਂ ਵੱਧ ਜਿਹੜੇ ਸਪਾਈਜ਼ ਆ ਉਹਨਾਂ ਨੂੰ ਫਾਇਰ ਕਰ ਦਿੱਤਾ ਗਿਆ ਹੈ, ਕਿਉਂਕਿ ਉਹਨਾਂ ਨੇ ਸੈਕਸ਼ੂਅਲੀ ਐਕਸਪਲਿਸਿਟ ਚੈਟਸ ਕੀਤੀਆਂ ਸੀਗੀਆਂ। ਤੁਲਸੀ ਗੈਬਰਟ ਜੋ ਯੂਐਸ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ਆ, ਉਹਨਾਂ ਨੇ ਕਿਹਾ ਵੀ 15 ਡਿਫਰੈਂਟ ਏਜੰਸੀਜ਼ ਜੋ ਸਪਾਈ ਏਜੰਸੀਜ਼ ਹੈਗੀਆਂ ਜੋ ਇਦਾਂ ਦੇ ਡਿਸਗਸਟਿੰਗ ਮੈਸੇजेस ਯੂਜ਼ ਕਰਦੇ ਸੀ, ਜਿਨ੍ਹਾਂ ਦੇ ਵਿੱਚ ਐਨਐਸਏ, ਸੀਆਈਏ, ਡੀਆਈਏ, ਇਹ ਸਾਰੇ ਉਹਨਾਂ ਨੂੰ ਫਾਇਰ ਕਰ ਦਿੱਤਾ ਗਿਆ ਹੈਗਾ। ਉਹਨਾਂ ਨੇ ਕਿਹਾ ਵੀ ਮੈਂ ਇਹ ਸਾਰੀ ਡਿਪਾਰਟਮੈਂਟ ਜਿਹੜੀ ਆ ਕਲੀਨ ਅਪ ਕਰਨੀ ਆ, ਜਿਹੜੇ ਲੋਕ ਇਦਾਂ ਦਾ ਕੰਮ ਕਰਦੇ ਹੈਗੇ ਆ। ਸੋ ਪਹਿਲੀ ਵਾਰੀ 100 ਸਪਾਈਜ਼ ਜਿਹੜੇ ਹੈਗੇ ਆ ਵੱਖ-ਵੱਖ ਡਿਪਾਰਟਮੈਂਟਸ ਦੇ, ਉਹਨਾਂ ਨੂੰ ਨਵੇਂ ਐਡਮਿਨਿਸਟ੍ਰੇਟਰ ਵੱਲੋਂ ਫਾਇਰ ਕਰ ਦਿੱਤਾ ਗਿਆ ਹੈ। ਜੀ ਬਿਲਕੁਲ। ਸੋ ਇਹ ਜਿਹੜੀ ਚੀਜ਼ ਹੈ ਇਸ ਟਾਈਮ ਜਿਹੜੀ ਉਹ ਚੱਲ ਰਹੀ ਹੈਗੀ ਆ। ਉਧਰ ਜਿਹੜੇ ਹਰਜੋਤ ਸਿੰਘ ਜੀ ਜਿਹੜੀਆਂ ਚੀਜ਼ਾਂ ਜਿਹੜੀਆਂ ਚੱਲ ਰਹੀਆਂ, ਨਿਊ ਹੈਮਸ਼ਾਇਰ ਦੇ ਜਿਹੜੀ ਲਾ ਇਨਫੋਰਸਮੈਂਟ ਏਜੰਸੀਜ਼ ਆ, ਉਹ ਕਹਿ ਰਹੀ ਆ ਆਈਸ ਵਾਲਿਆਂ ਦੀ ਉਹ ਮਦਦ ਮੰਗ ਰਹੀ ਆ। ਕਹਿੰਦੇ ਵੀ ਜਿਹੜੇ ਅਨਡਾਕੂਮੈਂਟਡ ਇਮੀਗ੍ਰੈਂਟਸ ਆ ਉਹਨਾਂ ਨੂੰ ਫੜਨ ਦੇ ਲਈ ਨਿਊ ਹੈਮਸ਼ਾਇਰ ਦੀ ਜਿਹੜੀ ਲਾ ਇਨਫੋਰਸਮੈਂਟ ਏਜੰਸੀ ਕਹਿੰਦੇ ਵੀ ਹੁਣ ਅਸੀਂ ਤੁਹਾਡੀ ਵੀ ਮਦਦ ਕਰਾਂਗੇ। ਇਹ ਹੁਣ ਤੀਸਰਾ ਚੌਥਾ ਜਿਹੜਾ ਸੂਬਾ ਜਿਹਾ ਬਣ ਗਿਆ ਆ ਜਿੱਥੋਂ ਦੀ ਲੋਕਲ ਲਾ ਇਨਫੋਰਸਮੈਂਟ ਆ, ਉਹਨਾਂ ਨੇ ਆਖਿਆ ਵੀ ਉਹ ਆਈਸ ਦੀ ਮਦਦ ਕਰਨਗੇ ਅਨਡਾਕੂਮੈਂਟਡ ਇਮੀਗ੍ਰੈਂਟਸ ਨੂੰ ਫੜਨ ਦੇ ਲਈ, ਗ੍ਰਿਫਤਾਰ ਜਿਹੜਾ ਉਹ ਕਰਨ ਦੇ ਲਈ। ਉੱਥੋਂ ਦੇ ਗਵਰਨਰ ਕੈਲੀ ਆਇਓਟੀ ਉਹਨਾਂ ਨੇ ਕਿਹਾ ਵੀ ਜਿਹੜੀ ਨਿਊ ਹੈਮਸ਼ਾਇਰ ਸਟੇਟ ਪੁਲਿਸ ਆ ਉਸ ਨੂੰ ਸਪੋਰਟ ਕਰਦੇ ਨੇ, ਉਹ ਸਪੋਰਟ ਕਰਦੇ ਨੇ ਵੀ ਇਸ ਦੇ ਵਿੱਚ ਉਹ ਮਦਦ ਕਰਨ। ਕਹਿੰਦੇ ਵੀ ਸਾਡੇ ਸੂਬੇ ਦੇ ਵਿੱਚ ਬਹੁਤ ਖਤਰਨਾਕ ਲੋਕ ਨੇ, ਸਾਡੀ ਸਟੇਟ ਪੁਲਿਸ ਦੇ ਲਈ ਇਹ ਇੱਕ ਵੱਡੀ ਚਿੰਤਾ ਦਾ ਵਿਸ਼ਾ ਆ। ਸੋ ਜਿਹੜੇ ਖਾਸ ਕਰਕੇ ਉਹ ਇੱਥੇ ਚਾਹੇ ਉਹ ਲੀਗਲੀ ਆਏ ਆ ਤੇ ਚਾਹੇ ਉਹ ਇਲੀਗਲੀ ਆਏ ਹੋਣ, ਪਰ ਕਹਿੰਦੇ ਵੀ ਜਿਹੜੀ ਸਾਡੇ ਪੁਲਿਸ ਵਾਲੀ ਆ, ਸਟੇਟ ਪੁਲਿਸ ਆ, ਉਹ ਹੁਣ ਆਈਸ ਦੀ ਮਦਦ ਕਰੇਗੀ ਇਹਨਾਂ ਲੋਕਾਂ ਨੂੰ ਫੜਨ ਲਈ। ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀ ਯੂਕੇ ਦੇ ਪ੍ਰਾਈਮ ਮਿਨਿਸਟਰ ਕੀਅਰ ਸਟੈਮਰ ਦੇ ਨਾਲ ਮੀਟਿੰਗ ਹੋਈ ਹੈਗੀ ਆ। ਯੂਕੇ ਦੇ ਯੂਐਸਏ ਦੇ ਰਿਲੇਸ਼ਨ ਬਹੁਤ ਪੁਰਾਣੇ ਆ ਤੇ ਉਹਨਾਂ ਨੇ ਇਹਨਾਂ ਰਿਲੇਸ਼ਨਸ ਨੂੰ ਹੋਰ ਸੋਲਿਡ ਕਰਨ ਦੇ ਲਈ ਗੱਲਬਾਤ ਕੀਤੀ ਆ। ਕੁਛ ਜਿਹੜੇ ਟੇਕ ਅਵੇਜ਼ ਉਹਨਾਂ ਦੀ ਮੀਟਿੰਗ 'ਚੋਂ ਇਹ ਆਏ ਆ ਵੀ ਕਿੰਗ ਚਾਰਲਸ ਨੇ ਜਿਹੜਾ ਇਨਵੀਟੇਸ਼ਨ ਦਿੱਤਾ ਹੈਗਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਉੱਥੇ ਜਾਣ ਦੇ ਲਈ, ਤੇ ਟਰੰਪ ਉਹਨਾਂ ਦਾ ਯੂਕਰੇਨ ਦੇ ਪ੍ਰਤੀ ਕੀ ਸਟੈਂਡ ਹੈਗਾ ਉਹਦੇ ਵਿੱਚ ਜ਼ਰੂਰ ਯੂਕੇ ਦੇ ਪ੍ਰਾਈਮ ਮਿਨਿਸਟਰ ਨੇ ਕੋਸ਼ਿਸ਼ ਕੀਤੀ ਆ ਵੀ ਸਾਨੂੰ ਯੂਕਰੇਨ ਦਾ ਪੂਰੀ ਤਰ੍ਹਾਂ ਸਾਥ ਦੇਣਾ ਚਾਹੀਦਾ ਹੈਗਾ। ਸਟਾਰਮਰ ਜੋ ਆ ਉਹਨਾਂ ਨੇ ਟੈਰਿਫ ਦੇ ਉੱਤੇ ਵੀ ਕਿਹਾ ਆ ਵੀ ਸਾਡੇ ਉੱਤੇ ਜਿਹੜਾ ਟੈਕਸ ਉਹ ਟੈਰਿਫ ਆ ਉਹਦੇ ਤੇ ਵੀ ਵਿਚਾਰ ਕਰਨੀ ਚਾਹੀਦੀ ਹੈਗੀ ਆ। ਇਸੇ ਤਰ੍ਹਾਂ ਚਾਗੋਸ ਆਈਲੈਂਡ ਦੀ ਜੋ ਕੰਟਰੋਵਰਸੀ ਚੱਲ ਰਹੀ ਹੈ ਉਹਦੇ ਬਾਰੇ ਵੀ ਉਹਨਾਂ ਨੇ ਗੱਲਬਾਤ ਕੀਤੀ ਹੈਗੀ ਆ। ਕੀਅਰ ਸਟਾਰਮਰ ਨੇ ਅਪੀਲ ਕੀਤੀ ਟਰੰਪ ਉਹਨਾਂ ਦੀ ਚੈੱਕਬੁੱਕ ਨਾਟ ਹਿਜ਼ ਹਾਰਟ, ਤੇ ਉਹਨਾਂ ਨੇ ਜਿਹੜੀ ਗੱਲਬਾਤ ਆ ਬੜੀ ਟਾਈਟ ਰੋਪ ਕਹਿੰਦੇ ਵੀ ਬੜੀ ਧਿਆਨ ਦੇ ਨਾਲ ਕੀਤੀ ਆ ਤਾਂ ਕਿ ਟਰੰਪ ਹੁਣੀ ਨਾਰਾਜ਼ ਵੀ ਨਾ ਹੋ ਜਾਣ ਤੇ ਉਹ ਉਹਨਾਂ ਨੂੰ ਜਿਹੜੀ ਆਪਣੀ ਗੱਲ ਵੀ ਸਮਝਾ ਸਕਣ ਵੀ ਆਪਾਂ ਸਾਰੇ ਰਲ ਕੇ ਜੇ ਚੱਲਾਂਗੇ ਯੂਰਪ ਤੇ ਅਮਰੀਕਾ ਤੇ ਫਿਰ ਉਹ ਵਧੀਆ ਰਹੂਗਾ। ਵਲਾਡੀਮੀਰ ਜ਼ੈਲੈਂਸਕੀ ਨੂੰ ਉੱਦਾਂ ਦੇ ਦੋਸਤ ਚਾਹੀਦੇ ਆ, ਕਹਿੰਦੇ ਵੀ ਜਿਹੜੇ ਟਰੰਪ ਦੇ ਨਾਲ ਗੱਲਬਾਤ ਕਰ ਸਕਣ। ਸੋ 2 ਦਿਨ ਪਹਿਲਾਂ ਫਰਾਂਸ ਦੇ ਪ੍ਰੈਜ਼ੀਡੈਂਟ ਮੈਕਰੋਨ ਆਏ ਸੀ, ਅੱਜ ਯੂਕੇ ਦੇ ਪ੍ਰਾਈਮ ਮਿਨਿਸਟਰ ਸਟੈਮਰ ਆਏ ਆ ਤੇ ਕੱਲ ਨੂੰ ਜ਼ੈਲੈਂਸਕੀ ਸਾਹਿਬ ਖੁਦ ਆ ਰਹੇ ਹੈਗੇ ਆ। ਸੋ ਹੋਪਫੁਲੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦਾ ਸਟੈਂਡ ਕਿੱਦਾਂ ਰਹਿੰਦਾ ਆ, ਰਸ਼ੀਆ ਦੇ ਪੱਖ ਵਿੱਚ ਇਹ ਪੂਰਾ ਰਹਿੰਦਾ ਆ ਜਾਂ ਥੋੜਾ ਜਿਹਾ ਚੇਂਜ ਹੁੰਦਾ, ਇਹ ਹੁਣ ਕੱਲ ਨੂੰ ਜਦੋਂ ਉਹਨਾਂ ਦੀ ਮੀਟਿੰਗ ਹੋਊਗੀ ਉਸ ਤੋਂ ਬਾਅਦ ਪਤਾ ਚੱਲੂਗਾ। ਜੀ, ਜੈਫਰੀ ਆਈਨਸਟਾਈਨ ਦੇ ਨਾਲ ਸੰਬੰਧਿਤ ਫਾਈਲਸ ਜਿਹੜੀਆਂ ਆ ਉਹ ਡੀਕਲਾਸੀਫਾਈ ਕੀਤੀਆਂ ਜਾ ਰਹੀਆਂ ਆ। ਅਟਾਰਨੀ ਜਨਰਲ ਪੈਮਲਾ ਬੌਂਡੀ ਉਹਨਾਂ ਨੇ ਪਹਿਲੇ ਫੇਜ਼ ਦੀਆਂ ਜਿਹੜੀਆਂ ਫਾਈਲਸ ਆ ਉਹਨਾਂ ਨੂੰ ਜਨਤਕ ਕਰ ਦਿੱਤਾ ਆ। ਅੱਜ ਜਿਹੜੇ ਅਟਾਰਨੀ ਜਨਰਲ ਉਹਨਾਂ ਦੇ ਆਫਿਸ ਦੇ ਬਾਹਰ ਜਿਹੜੇ ਕੁਛ ਉਹਨਾਂ ਦੇ ਇੰਟਰਨ ਕਹਿ ਲਓ ਜਾਂ ਉਹਨਾਂ ਦੇ ਆਫਿਸ ਦੇ ਜਿਹੜੇ EMPLOYEE ਆ ਉਹ ਫਾਈਲਾਂ ਫੜ ਕੇ ਪੱਤਰਕਾਰਾਂ ਦੇ ਮੂਹਰੇ ਜਿਹੜੇ ਉਹਨਾਂ ਨੂੰ ਦਿਖਾ ਰਹੇ ਸੀਗੇ। ਨਾਲ ਦੇ ਨਾਲ ਅਟਾਰਨੀ ਜਨਰਲ ਬੌਂਡੀ ਉਹਨਾਂ ਨੇ ਰਿਕੁਐਸਟ ਕੀਤੀ ਸੀ, ਕਹਿੰਦੇ ਵੀ ਅਸੀਂ ਤੇ ਫੁੱਲ ਤੇ ਕੰਪਲੀਟ ਫਾਈਲਸ ਮੰਗੀਆਂ ਸੀਗੀਆਂ ਜੈਫਰੀ ਆਈਨਸਟਾਈਨ ਦੇ ਨਾਲ ਸੰਬੰਧਿਤ, ਪਰ ਸਾਨੂੰ ਜਿਹੜੇ ਆ 200 ਪੇਜ ਡਾਕੂਮੈਂਟਸ ਦੇ ਜਿਹੜੇ ਉਹ ਮਿਲੇ ਆ। ਉਹਨਾਂ ਨੇ ਕਿਹਾ ਵੀ ਇਸ ਦੇ ਵਿੱਚ ਤਾਂ ਹਜ਼ਾਰਾਂ ਹੀ ਪੇਜ ਸੀਗੇ ਤੇ ਹੁਣ ਉਹਨਾਂ ਨੇ FBI ਦੇ ਡਾਇਰੈਕਟਰ ਕੈਸ਼ ਪਟੇਲ ਉਹਨਾਂ ਨੂੰ ਇਹ ਟਾਸਕ ਦਿੱਤਾ ਵੀ ਇਨਵੈਸਟੀਗੇਟ ਇਸ ਚੀਜ਼ ਦੀ ਵੀ ਕੀਤੀ ਜਾਵੇ ਵੀ ਸਾਨੂੰ ਜਿਹੜੇ ਪੂਰੇ ਮੰਗੇ ਗਏ ਡਾਕੂਮੈਂਟਸ ਆ ਉਹ ਅਲਾਓ ਕਿਉਂ ਨਹੀਂ ਕੀਤੇ ਗਏ ਹੈਗੇ। ਸੋ ਕੁਝ ਜਿਹੜੀਆਂ ਹੋਰ ਫਾਈਲਸ ਆ ਕਹਿੰਦੇ ਵੀ ਸਵੇਰੇ 28 ਤਰੀਕ ਨੂੰ 8 ਵਜੇ ਜਿਹੜੀਆਂ ਉਹ
ਪੇਸ਼ ਜਿਹੜੀਆਂ ਜਨਤਕ ਕੀਤੀਆਂ ਜਿਹੜੀਆਂ ਉਹ ਜਾਣਗੀਆਂ। FBI ਕਹਿੰਦੇ ਵੀ ਇੱਕ ਨਵੇਂ ਐਰਾ ਦੇ ਵਿੱਚ ਜਾ ਰਹੇ ਆ। FBI ਦੇ ਡਾਇਰੈਕਟਰ ਕੈਸ਼ ਪਟੇਲ ਨੇ ਕਿਹਾ ਆ ਵੀ ਇਹਦੇ ਵਿੱਚ ਇੰਟੈਗ੍ਰਿਟੀ, ਅਕਾਊਂਟੇਬਿਲਿਟੀ ਤੇ ਪਰਸੂਏਟ ਆਫ ਜਸਟਿਸ ਹੋਊਗੀ। ਕੋਈ ਕਵਰ ਅਪ ਨਹੀਂ, ਕੋਈ ਮਿਸਿੰਗ ਡਾਕੂਮੈਂਟ ਨਹੀਂ, ਨੋ ਸਟੋਨ ਲੈਫਟ ਅਨਟਰਨਡ। ਜੈਫਰੀ ਆਈਪਸਟਾਈਨ ਦੀਆਂ ਜਿਹੜੀਆਂ ਫਾਈਲਸ ਆ ਇਹਨਾਂ ਨੂੰ ਜਨਤਕ ਕਰਨ ਦੀ ਮੰਗ ਲੰਮੇ ਅਰਸੇ ਤੋਂ ਜਿਹੜੀ ਉਹ ਚੱਲਦੀ ਆ ਰਹੀ ਆ। ਜਦੋਂ ਤੋਂ ਇਹ ਫੜਿਆ ਗਿਆ, ਜਦੋਂ ਤੋਂ ਇਹ ਅੰਦਰ ਹੋਇਆ ਸੀ, ਜਦੋਂ ਤੋਂ ਇਹਨੇ ਕਥਿਤ ਤੌਰ ਦੇ ਉੱਤੇ ਸੁਸਾਈਡ ਜਿਹੜਾ ਆ ਉਹ ਕਰ ਲਿਆ ਸੀ। ਤੇ ਹੁਣ ਪ੍ਰੈਜ਼ੀਡੈਂਟ ਟਰੰਪ ਨੇ ਆਪਣੇ ਕੈਂਪੇਨ ਦੇ ਵਿੱਚ ਵੀ ਕਿਹਾ ਸੀਗਾ ਵੀ ਮੈਂ ਜਿਹੜੀਆਂ ਫਾਈਲਸ ਆ ਉਹ ਜਨਤਕ ਕਰੂੰਗਾ। ਸੋ ਡਿਪਾਰਟਮੈਂਟ ਆਫ ਜਸਟਿਸ ਦੇ ਦੁਆਰਾ ਅਟਰਨੀ ਜਨਰਲ ਪੈਮਲਾ ਬੌਂਡੀ ਉਹਨਾਂ ਨੇ ਪਹਿਲੇ ਫੇਜ਼ ਦੀਆਂ ਜਿਹੜੀਆਂ ਫਾਈਲਸ ਆ ਉਹ ਜਨਤਕ ਕੀਤੀਆਂ, ਜਿਹਦੇ ਵਿੱਚ ਐਵੀਡੈਂਸ ਲਿਸਟ ਤੇ ਉਸ ਦੇ ਵਿੱਚ ਕੰਟੈਕਟ ਬੁੱਕ, ਉਹਦੇ ਵਿੱਚ ਉਸ ਨੂੰ ਰਿਡੈਕਟ ਜਿਹੜਾ ਉਹ ਕੀਤਾ ਆ। ਤੇ ਇਸ ਦੇ ਨਾਲ ਜਿਹੜੀਆਂ ਫਲਾਈਟ ਲੌਗਸ ਆ ਫਲੋਰੀਡਾ ਤੇ ਨਿਊਯਾਰਕ ਦੇ ਘਰਾਂ ਦੇ ਵਿੱਚ ਜਿੱਥੇ ਇਸ ਨੇ ਨਾਬਾਲਗ ਬੱਚੀਆਂ ਦੇ ਨਾਲ ਕੁਕਰਮ ਜਿਹੜੇ ਉਹ ਕਰਦੇ ਰਹੇ, ਵੱਡੇ ਵੱਡੇ ਮੰਨੇ ਪਰਮੰਨੇ ਜਿਹੜੀਆਂ ਹਸਤੀਆਂ ਕਹਿੰਦੇ ਇਹਦੇ ਕੋਲ ਆਉਂਦੀਆਂ ਰਹੀਆਂ, ਉਹ ਕਾਂਡ ਜਿਹੜੇ ਉੱਥੇ ਹੁੰਦੇ ਰਹੇ। ਸੋ ਉਹਦੇ ਬਾਬਤ ਜਿਹੜੀਆਂ ਜਾਣਕਾਰੀਆਂ ਉਹ ਜਨਤਕ ਹੋਣੀਆਂ ਸ਼ੁਰੂ ਕੀਤੀਆਂ ਨੇ। ਇਸੇ ਤਰ੍ਹਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ ਤੇ ਇੱਕ US ਡਾਲਰ ਦੇ ਬਰਾਬਰ ਕੈਨੇਡਾ ਦੇ $1 ਤੇ 42 ਸੈਂਟ ਰਹੇ ਆ। ਇੱਕ US ਡਾਲਰ ਦੇ ਬਰਾਬਰ ਪਾਕਿਸਤਾਨ ਦੇ 278 ਰੁਪਏ ਤੇ 48 ਪੈਸੇ। ਇੱਕ US ਡਾਲਰ ਦੇ ਬਰਾਬਰ ਇੰਡੀਆ ਦੇ 87 ਰੁਪਏ ਤੇ 33 ਪੈਸੇ। ਜੀ, ਮਾਰਕੀਟਸ ਅੱਜ ਕਲੋਜ਼ਿੰਗ ਦੇ ਵਿੱਚ 193 ਪੁਆਇੰਟ ਘਟ ਕੇ 43,240 ਤੇ ਬੰਦ ਹੋਈ। S&P 94 ਪੁਆਇੰਟ ਘਟ ਕੇ 5862 ਦੇ ਉੱਤੇ। ਨੈਸਡੈਕ 531 ਪੁਆਇੰਟ ਘਟ ਕੇ 18,544 ਤੇ ਬੰਦ ਹੋਏ। ਸੋਨੇ ਦਾ ਭਾਅ 2800 ਤੇ $87 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $70 ਪ੍ਰਤੀ ਬੈਰਲ। 10-year yield 4.22%। ਬਿਟਕੋਇਨ 81,746। ਇਥੀਰੀਅਮ 2206 US ਦੇ ਬਰਾਬਰ ਚੱਲ ਰਿਹਾ। ਲਗਾਤਾਰ ਪਿਛਲੇ ਕਈ ਦਿਨਾਂ ਤੋਂ ਜਿਹੜੀਆਂ ਸਟਾਕਸ ਆ ਉਹਨਾਂ ਦਾ ਰੁਖ ਥੱਲੇ ਵੱਲ ਨੂੰ ਚੱਲ ਰਿਹਾ ਆ। ਇਥੇ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਆ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸੈਨਿਕੀ ਜਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।